Morning students, today I will start a new topic, cost audit program. In previous lectures we have covered the cost sheet, cost audit. Now I want to discuss with you cost audit program. We can say that cost audit program means pre-plan program for any activity. Means ਕੀ ਹੈ cost audit program ਹੈ ਜੋ ਇੱਕ pre-plan ਕੀਤਾ ਜਾਂਦਾ ਹੈ ਇੱਕ auditor ਦੇ ਦੁਆਰਾ ਵੀ ਇੱਕ ਬਿਜ਼ਨਸ ਕੰਸਰਨ ਦੇ ਵਿੱਚ ਉਸਨੇ ਕਿਸ ਏਰੀਆਜ਼ ਦੇ ਵਿੱਚ ਕਿਸ ਡਿਪਾਰਟਮੈਂਟਸ ਦੇ ਵਿੱਚ ਜਿਹੜੀ ਆਡਿਟਿੰਗ ਹੈ ਉਹ ਕਿਸ ਤਰੀਕੇ ਦੇ ਨਾਲ ਕਰਨੀ ਹੈ ਤਾਂ ਉਸ pre-plan ਨੂੰ ਆਪਾਂ ਕੀ ਕਹਿ ਸਕਦੇ ਹਾਂ cost audit program ਕਹਿ ਸਕਦੇ ਹਾਂ। The no standard pattern can be laid down for the cost audit program. It will be affected by the nature and size of a business, attitude of the management. Means ਕੀ ਹੈ ਵੀ ਜੋ cost audit program ਹੈ ਉਹ ਫਿਕਸ ਨੇਚਰ ਦਾ ਨਹੀਂ ਹੈ, ਉਹ ਫਲੈਕਸੀਬਲ ਹੈ ਕਿਉਂਕਿ ਜੋ ਬਿਜ਼ਨਸ ਦਾ ਨੇਚਰ ਹੈ, ਮੈਨੇਜਮੈਂਟ ਦਾ ਨੇਚਰ ਹੈ, ਐਟੀਟਿਊਡ ਹੈ, ਉਸ ਦੇ ਨਾਲ ਕੀ ਹੈ ਬਹੁਤ ਅਫੈਕਟਡ ਹੁੰਦਾ ਹੈ। The cost auditor should have a cost audit program which should be specific to the unit concerned। ਆਪਾਂ ਗੱਲ ਕਰ ਚੁੱਕੇ ਵੀ ਇੱਕ ਯੂਨਿਟ ਕੰਸਰਨ ਦਾ ਹੀ ਉਸਨੇ ਕੀ ਕਰਨਾ ਹੈ ਪ੍ਰੀ ਪਲਾਨ ਕਰਨਾ ਹੈ ਜਿਸ ਦੇ ਵਿੱਚ ਉਸਨੇ ਕੀ ਕਰਨਾ ਆਡਿਟਿੰਗ ਦਾ ਵਰਕ ਸਟਾਰਟ ਕਰਨਾ ਹੈ। ਸੋ ਇਟ ਸ਼ੁੱਡ ਬੀ ਡਰਾਨ ਆਊਟ ਇਨ ਡਿਟੇਲ ਸਪੈਸੀਫਾਈਂਗ ਈਚ ਆਈਟਮ ਆਫ ਆਡਿਟ ਵਰਕ ਟੂ ਬੀ ਕੈਰੀਡ ਆਊਟ। ਤਾਂ ਉਹ ਇੱਕ ਆਈਡੀਆ ਡਰਾ ਕਰ ਲੈਂਦਾ ਐਡਵਾਂਸ ਦੇ ਵਿੱਚ ਵੀ ਕਿਹੜੇ ਯੂਨਿਟ ਏਰੀਆਜ਼ ਦੇ ਵਿੱਚ ਉਸਨੇ ਕੀ ਕਰਨੀ ਹੈ ਵੈਰੀਫਿਕੇਸ਼ਨ ਕਰਨੀ ਹੈ ਅਕਾਊਂਟਸ ਦੀ। ਸੋ ਫਸਟ ਪੁਆਇੰਟ ਕੀ ਹੈ ਦਾ ਇੰਪੈਕਟ ਆਫ ਡਿਫਰੈਂਟ ਐਲੀਮੈਂਟਸ ਆਫ ਕੋਸਟ ਇਨ ਟੋਟਲ ਕੋਸਟ ਵੀ ਡਿਫਰੈਂਟ ਐਲੀਮੈਂਟਸ ਦਾ ਕੀ ਇੰਪੈਕਟ ਹੈ ਉਹ ਸਾਰਾ ਕਿਸ ਦੇ ਵਿੱਚ ਡਿਸਕਸ ਕਰ ਲੈਂਦੇ ਆਪਾਂ ਕੋਸਟ ਆਡਿਟ ਪ੍ਰੋਗਰਾਮ ਦੇ ਵਿੱਚ। ਦੈਨ ਕੰਪੈਰੀਜ਼ਨ ਕਰਦੇ ਆਪਾਂ ਐਕਚੁਅਲੀ ਬਜਟਡ ਦੇ ਨਾਲ। ਦੈਨ ਐਨਾਲਿਸਿਸ ਆਫ ਵੇਰੀਐਂਸ। ਦੈਨ ਆਪਾਂ ਪ੍ਰਾਇਰਟੀਜ਼ ਨੂੰ ਡਰਾ ਕਰ ਲੈਂਦੇ ਵੀ ਕਿਸ ਨੂੰ ਫਸਟ ਕਿਸ ਨੂੰ ਸੈਕਿੰਡ ਪ੍ਰਾਇਰਟੀ ਦੇਣੀ ਹੈ। ਕ੍ਰਿਟੀਕਲ ਐਗਜ਼ਾਮੀਨੇਸ਼ਨ ਕਰਦੇ ਆਪਾਂ, ਰਿਵਿਊ ਕਰ ਲੈਂਦੇ ਹਾਂ, ਡਿਸਕਸ਼ਨ ਕਰ ਲੈਂਦੇ ਹਾਂ, ਐਬਨੋਰਮਲ ਫੈਕਟਰਸ ਦਾ ਇਫੈਕਟ ਚੈੱਕ ਕਰਦੇ ਹਾਂ। ਦੈਨ ਪ੍ਰੋਫਿਟ ਐਜ਼ ਪਰ ਕਾਸਟ ਅਕਾਊਂਟ ਸ਼ੁੱਡ ਬੀ ਰੀਕਨਸਾਈਲਡ ਵਿਦ ਦੈਟ ਐਜ਼ ਪਰ ਫਾਈਨੈਂਸ਼ੀਅਲ ਅਕਾਊਂਟਸ। ਰੀਕਨਸੀਲੇਸ਼ਨ ਕੀ ਹੁੰਦੀ ਹੈ ਜਦੋਂ ਆਪਾਂ ਦੋਨੋਂ ਸਾਈਡ ਐਂਟਰੀ ਪੋਸਟ ਕਰ ਦਿੰਦੇ ਹਾਂ। ਦੈਨ ਫੰਕਸ਼ਨਸ ਕੀ ਨੇ ਕੋਸਟ ਆਡੀਟਰ ਦੇ। ਕੋਸਟ ਆਡੀਟਰਸ ਕੀ ਕੁਛ ਫੰਕਸ਼ਨਸ ਕਰਦਾ। ਫਸਟ ਪੁਆਇੰਟ ਕੀ ਹੈ ਇਨਵੈਂਟਰੀ। ਉਸਨੇ ਇਨਵੈਂਟਰੀ ਦੇ ਵਿੱਚ ਕੀ ਦੇਖਣਾ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰਦੇ ਹਾਂ ਆਡੀਟਰ ਦੀ ਤਾਂ ਆਡੀਟਰ ਜਿਹੜਾ ਜੇ ਆਪਾਂ ਉਸਨੂੰ ਕਹਾਂਗੇ ਕੋਈ ਸਾਨੂੰ ਸੁਜੈਸ਼ਨਸ ਦਿਓ ਤਾਂ ਹੀ ਸੁਜੈਸ਼ਨ ਦੇ ਸਕਦਾ, ਨਹੀਂ ਉਸਦਾ ਕੋਈ ਰਾਈਟ ਨਹੀਂ ਹੁੰਦਾ ਅਤੇ ਉਸਦਾ ਕੋਈ ਡਿਊਟੀ ਵੀ ਨਹੀਂ ਹੁੰਦੀ ਆਪਾਂ ਨੂੰ ਸੁਜੈਸਟ ਕਰਨ ਦੀ। ਉਸਦਾ ਪਤਾ ਕੀ ਹੁੰਦਾ ਵਾ ਸਿਰਫ ਮੇਨ ਕੰਮ ਆਪਾਂ ਦੇਖੋ ਸਪੋਜ਼ ਕਰੋ ਆਪਾਂ ਕੋਈ ਬੁੱਕ ਪ੍ਰੀਪੇਅਰ ਕਰ ਰੱਖੀ ਹੈ ਆਪਾਂ ਆਡੀਟਰ ਦੇ ਹੱਥ ਦੇ ਉੱਤੇ ਰੱਖ ਦਿੰਦੇ ਵੀ ਉਸਨੂੰ ਚੈੱਕ ਕਰ ਲਓ। ਬਸ ਉਸਨੇ ਚੈੱਕ ਕਰਨਾ ਜੋ ਕਮੀਆਂ ਉਸਨੂੰ ਲੱਗਣੀਆਂ ਨੇ ਉਹਨੇ ਨੋਟ ਕਰ ਲੈਣੀਆਂ ਨੇ ਵੀ ਇੱਥੇ ਇਹਨੇ ਫਰੋਡ ਕੀਤਾ, ਇੱਥੇ ਦੇ ਐਰਰਸ ਨੇ, ਇੱਥੇ ਨੇ ਜ਼ਿਆਦਾ ਸ਼ੋ ਕੀਤਾ, ਇੱਥੇ ਘੱਟ ਸ਼ੋ ਕੀਤਾ। ਉਹ ਆਪਾਂ ਨੂੰ ਕੋਈ ਸੁਜੈਸ਼ਨ ਨਹੀਂ ਦਿੰਦਾ, ਬਸ ਉਹ ਪੁੱਛੇਗਾ ਆਪਾਂ ਨੂੰ ਵੀ ਤੁਸੀਂ ਇੰਨੇ ਦੇ ਪ੍ਰੋਫਿਟ ਸ਼ੋ ਕੀਤੇ ਨੇ, ਇਹਦੇ ਵਾਊਚਰਸ ਕਿੱਥੇ ਨੇ, ਟੈਕਸ ਇੰਨਾ ਪੇ ਕੀਤਾ ਹੈ, ਇੱਥੇ ਕਿੰਨਾ ਸ਼ੋ ਕੀਤਾ ਹੈ, ਰਿਸਿਪਟਸ ਕਿੱਥੇ ਨੇ, ਇਹ ਸਾਰਾ ਕੁਛ ਕੀ ਹੈ ਆਡੀਟਰ ਦਾ ਵਰਕ ਹੁੰਦਾ ਹੈ। ਦੈਨ ਇਨਵੈਂਟਰੀ ਦੇ ਵਿੱਚ ਕੀ ਕੁਛ ਕਰ ਸਕਦਾ ਆਡੀਟਰ। ਇਨਵੈਂਟਰੀ ਦੇ ਵਿੱਚ ਕਰ ਸਕਦਾ ਉਹ ਇਸ ਦੀ ਪ੍ਰੋਵੀਜ਼ਨਿੰਗ ਡਰਿਲ ਮੋਸਟ ਇਕੋਨੋਮਿਕਲ ਵੀ ਜਿਹੜੇ ਮੈਥਡਸ ਲਗਾ ਰਹੇ ਨੇ ਉਹ ਇਕੋਨੋਮਿਕਲ ਨੇ। ਆਪਟੀਮਮ ਆਰਡਰ ਸਾਈਜ਼ ਹੈ, ਲੀਫੋ ਫੀਫੋ ਮੈਥਡ ਪ੍ਰੋਪਰ ਲਗਾਏ ਨੇ, ਰਿਸਿਟ ਪੇਮੈਂਟ ਲਈ ਲੀਡ ਟਾਈਮ ਵਗੈਰਾ ਪ੍ਰੋਪਰ ਹੈ ਜਾਂ ਨਹੀਂ ਹੈ, ਲਿਕੁਇਡ ਕੈਸ਼ ਹੈ ਇਹਨਾਂ ਕੋਲ ਕਿੰਨੇ ਕੁ, ਆਪਣੇ ਕੋਲ ਕਰੰਟ ਐਸੈਟਸ ਨੇ ਕਿੰਨੇ ਕਰੰਟ ਲਾਇਬਿਲਿਟੀਜ਼ ਨੇ। ਦੈਨ ਓਪਨਿੰਗ ਕਲੋਜ਼ਿੰਗ ਸਟਾਕ, ਸਟੋਰ ਇਸ਼ੂ ਪ੍ਰੋਸੀਜਰ, ਵਰਕ ਇਨ ਪ੍ਰੋਗਰੈਸ, ਲੇਬਰ ਵਗੈਰਾ ਸਾਰਾ ਕਿਸੇ ਨੇ ਦੇਖਣਾ ਦਾ ਕੋਸਟ ਆਡੀਟਰ ਨੇ ਦੇਖਣਾ। ਪ੍ਰੋਪਰ ਕੈਪੈਸਿਟੀ ਯੂਟੀਲਾਈਜੇਸ਼ਨ ਕਿ ਕਿੰਨੀ ਯੂਟੀਲਾਈਜ਼ ਹੋ ਰਹੇ ਨੇ ਰਿਸੋਰਸਿਸ, ਓਵਰਹੈਡ ਵਗੈਰਾ ਕਿਉਂਕਿ ਓਵਰਹੈਡ ਆਪਣੇ ਹੋ ਜਾਂਦੇ ਨੇ ਇਨਡਾਇਰੈਕਟ ਐਕਸਪੈਂਸਿਸ। ਤਾਂ ਨੈਕਸਟ ਟੋਪਿਕ ਹੈ ਡਿਫਰੈਂਸ ਬਿਟਵੀਨ ਕੋਸਟ ਆਡਿਟ ਐਂਡ ਫਾਈਨੈਂਸ਼ੀਅਲ ਆਡਿਟ। ਇਹ ਆਪਾਂ ਆਡਿਟਿੰਗ ਦੇ ਵਿੱਚ ਕਰ ਚੁੱਕੇ ਹਾਂ ਕੋਸਟ ਆਡਿਟ ਅਤੇ ਫਾਈਨੈਂਸ਼ੀਅਲ ਆਡਿਟ ਦੇ ਵਿੱਚ ਡਿਫਰੈਂਸ। ਤਾਂ ਤੁਸੀਂ ਕੀ ਕਰਨਾ ਹੈ ਡਿਫਰੈਂਸ ਬਿਟਵੀਨ ਕੋਸਟ ਆਡਿਟ ਫਾਈਨੈਂਸ਼ੀਅਲ ਆਡਿਟ, ਰਿਪੋਰਟ ਦੇ ਵਿੱਚ ਡਿਫਰੈਂਸ ਇਹ ਤੁਸੀਂ ਇੱਕ ਵਾਰ ਰੀਡ ਕਰਕੇ ਦੇਖ ਲਿਓ, ਕੋਈ ਵੀ ਡਾਊਟ ਹੈ ਤਾਂ ਪੁੱਛ ਲਿਓ। ਨੈਕਸਟ ਟੋਪਿਕ ਆਪਾਂ ਕਰ ਰਹੇ ਹਾਂ ਅੱਜ ਪ੍ਰੋਵੀਜ਼ਨਸ ਆਫ ਸੈਕਸ਼ਨ 148। ਆਡੀਟਿੰਗ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਕੋਸਟ ਆਡਿਟ ਦਾ ਸੈਕਸ਼ਨ ਕਿਹੜਾ 148, ਇੰਟਰਨਲ ਆਡਿਟ ਦਾ ਸੈਕਸ਼ਨ ਕਿਹੜਾ ਦੱਸਿਆ ਸੀ 138। ਇਹ ਤੁਸੀਂ ਯਾਦ ਰੱਖਣੇ ਨੇ ਆਪਣੇ ਸੈਕਸ਼ਨ। ਦੈਨ ਸੈਕਸ਼ਨ 148 ਦੇ ਵਿੱਚ ਕੀ ਹੈ ਕੋਸਟ ਆਡਿਟ ਕਰ ਰਹੇ ਹਾਂ ਤਾਂ ਇਸ ਦੇ ਵਿੱਚ ਸਿਰਫ ਇਹ ਦੱਸਿਆ ਜਾਏਗਾ ਵੀ ਕੋਸਟ ਆਡੀਟਰ ਕੌਣ ਬਣ ਸਕਦਾ ਕੌਣ ਨਹੀਂ ਬਣ ਸਕਦਾ। ਹੁਣ ਆਪਾਂ ਗੱਲ ਕਰ ਚੁੱਕੇ ਵੀ ਕੋਸਟ ਆਡਿਟ ਕੌਣ ਹੁੰਦਾ। ਸਭ ਤੋਂ ਪਹਿਲਾਂ ਤਾਂ ਇੱਕ CA ਹੁੰਦਾ, ਚਾਰਟਰਡ ਅਕਾਊਂਟੈਂਟ ਹੁੰਦਾ ਜਾਂ ਫਿਰ ਕੋਈ ਕੋਸਟ ਅਕਾਊਂਟੈਂਟ ਵੀ ਐਜ਼ ਆ ਕੋਸਟ ਆਡਿਟਰ ਵਰਕ ਕਰ ਸਕਦਾ। ਦੈਨ ਐਨ ਆਡਿਟ ਕੰਡਕਟਡ ਅੰਡਰ ਦਿਸ ਸੈਕਸ਼ਨ ਸ਼ੈਲ ਬੀ ਇਨ ਐਡੀਸ਼ਨ ਟੂ ਦੀ ਆਡਿਟ ਕੰਡਕਟਡ ਅੰਡਰ ਸੈਕਸ਼ਨ 130 143 ਵੀ ਉਸਦੀਆਂ ਜਿਹੜੀਆਂ ਕੰਡੀਸ਼ਨਸ ਜੋ ਫੁੱਲਫਿਲ ਹੋਣੀਆਂ ਚਾਹੀਦੀਆਂ ਨੇ ਸੈਕਸ਼ਨ 143 ਦੇ। ਦੈਨ ਕੁਆਲੀਫਿਕੇਸ਼ਨਸ, ਡਿਸਕੁਆਲੀਫਿਕੇਸ਼ਨਸ, ਰਾਈਟਸ, ਡਿਊਟੀਜ਼ ਆਪਾਂ ਸਾਰਾ ਪੜ੍ਹਾਂਗੇ ਆਡੀਟਿੰਗ ਦੇ ਵਿੱਚ ਵੀ ਕਰਾਂਗੇ ਆਪਾਂ ਇਹ ਸਾਰਾ ਕੁਛ। ਤਾਂ ਸਿਰਫ ਪ੍ਰੋਵੀਜ਼ਨ ਦੇ ਵਿੱਚ ਤਾਂ ਇਹੀ ਦੱਸਿਆ ਗਿਆ ਵੀ ਕਿ ਕੀ ਕੁਛ ਚਾਹੀਦਾ ਇੱਕ ਆਡੀਟਰ ਦੇ ਹੋਣ ਦੇ ਲਈ, ਕੁਆਲੀਫਿਕੇਸ਼ਨ, ਡਿਸਕੁਆਲੀਫਿਕੇਸ਼ਨਸ ਵਗੈਰਾ ਇਹਨਾਂ ਨੂੰ ਆਪਾਂ 1-1 ਕਰਕੇ ਕਰਾਂਗੇ। ਫਸਟ ਪੁਆਇੰਟ ਕੀ ਹੈ ਐਲੀਜੀਬਿਲਿਟੀ ਫॉर ਅਪੁਆਇੰਟਮੈਂਟ ਕੋਸਟ ਅਕਾਊਂਟੈਂਟ ਵਿਦਨ ਦਾ ਮੀਨਿੰਗ ਆਫ ਦੀ ਕੋਸਟ ਐਂਡ ਵਰਕ ਅਕਾਊਂਟੈਂਟ ਐਕਟ 1959। ਸਭ ਤੋਂ ਪਹਿਲਾਂ ਤਾਂ ਕੋਸਟ ਅਕਾਊਂਟੈਂਟ ਵੀ ਕੌਣ ਹੋਣਾ ਚਾਹੀਦਾ ਜੋ ਕੋਸਟ ਐਂਡ ਵਰਕ ਅਕਾਊਂਟੈਂਟ ਐਕਟ ਦੇ ਅੰਡਰ ਆਉਂਦਾ।
then any such chartered accountant within the meaning of Chartered Accountant Act 1949 ਤੇ ਐਕਸਪੀਰੀਅੰਸ ਕਿੰਨੇ ਸਾਲ ਦਾ ਹੋਣਾ ਚਾਹੀਦਾ ਸਕੂਲ 10 ਇਅਰਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤਾਂ ਹੀ ਉਹ ਐਲੀਜੀਬਲ ਹੋਏਗਾ ਅਪੋਆਇੰਟਮੈਂਟ ਦੇ ਲਈ। ਦੈਨ ਡਿਸਕੁਆਲੀਫਿਕੇਸ਼ਨਸ ਕੀ ਨੇ ਕੋਸਟ ਆਡਿਟਰ ਦੇ ਦੇਖੋ ਕੁਆਲੀਫਿਕੇਸ਼ਨਸ ਆਪਾਂ ਕਰ ਚੁੱਕੇ ਆ। ਕੁਆਲੀਫਿਕੇਸ਼ਨਸ ਦੇ ਵਿੱਚ ਕੀ ਦੱਸਿਆ ਸੀ ਮੈਂ ਤੁਹਾਨੂੰ ਵੀ ਜਿਹੜਾ ਇੱਕ ਚਾਰਟਰਡ ਅਕਾਊਂਟੈਂਟ ਹੈ ਉਹ ਕੋਸਟ ਆਡਿਟਰ ਹੋ ਸਕਦਾ ਹੈ। ਕੋਈ ਵੀ ਬੋਡੀ ਕਾਰਪੋਰੇਟ ਫਰਮ ਕੋਈ ਡਾਇਰੈਕਟਰ ਕੋਈ ਰਿਲੇਟਿਵ ਜਿਹੜਾ ਹੈਗਾ ਕੰਪਨੀ ਦਾ ਉਹ ਕਦੇ ਵੀ ਆਡਿਟਰ ਨਹੀਂ ਬਣ ਸਕਦਾ। LLP ਬਣ ਸਕਦੀ ਹੁੰਦੀ ਹੈ ਆਡਿਟਰ। एक एक्सैप्शनल केस है जी LLP होंगी लिमिटेड लाइबिलिटी पार्टनरशिप जो एक्ट 2008 के अंडर इस्टैबलिश हुई सी। सिर्फ एक यही बॉडी कॉरपोरेट है जो ऑडिटर के तौर पर काम कर सकते। जे आप गल करिए किसी इंडिविजुअल फर्म की या बॉडी कॉरपोरेट जो कभी भी एज एन ऑडिटर वर्क नहीं कर सकते। तो कौन कौन नहीं हो सकता डिसकुआलीफिकेशनस कौन ने ऑफिसर इंपलॉय दस तो मतलब नहीं हो सकता कोई पार्टनर है कोई रिलेटिव है। बॉडी कॉरपोरेट कैन नॉट बी कॉस्ट ऑडिटर बट इत्थे एक लाइन भी लिख लो एक्सैप्शनल केस ऑफ LLP भी LLP तो बन सकती होंगी है। then any person appointed as a financial auditor of the company shall not be appointed as its cost auditor। तो कोई भी पर्सन है जोड़ा एज ए फाइनैशियल ऑडिटर अपॉइंट कर लिया तो वह भी नहीं बन सकता। नैक्सट क्लास के आपां करांगे राइट्स ऑफ कॉस्ट ऑडिटर। थैंक यू।